सत श्री अकाल। मैं हाँ दीपिका खोसला ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਉੱਤੇ। ਭਾਰਤ ਤੇ ਪਾਕਿਸਤਾਨ ਤਣਾਅ ਵਿਚਾਲੇ ਕੈਨੇਡਾ ਵੱਲੋਂ ਐਡਵਾਈਜ਼ਰੀ। 3 ਸ਼ਹਿਰ 'ਚ ਕੈਨੇਡੀਅਨ ਕੌਂਸਲਰ ਸੇਵਾਵਾਂ ਅਸਥਾਈ ਤੌਰ ਉੱਤੇ ਬੰਦ। ਰਾਸ਼ਟਰਪਤੀ ਟਰੰਪ ਨੂੰ ਮਾਰਕ ਕਾਰਨੀ ਦੀ ਦੋਸਤੀ ਮਨਜ਼ੂਰ। ਕਾਰਨੀ ਨੇ ਡੋਨਾਲਡ ਟਰੰਪ ਨੂੰ ਹਾਵੀ ਹੋਣ ਦਾ ਨਹੀਂ ਦਿੱਤਾ ਮੌਕਾ। ਕੈਨੇਡਾ ਵਿੱਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਵੱਲੋਂ ਅਸਤੀਫੇ ਦਾ ਐਲਾਨ। ਯੂਕॉन ਦੇ ਪ੍ਰੀਮੀਅਰ ਦੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ ਰੰਜ ਪਿਲੇ। ਕਾਰਨੀ ਸਰਕਾਰ ਦੇ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਉੱਤੇ ਸਵਾਲ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਟੈਕਨੋਲੋਜੀ ਵਿੱਚ ਪਛੜ ਰਿਹਾ ਹੈ। ਤੇ ਹੁਣ ਖਬਰਾਂ ਦਾ ਵਿਸਥਾਰ। ਭਾਰਤ ਅਤੇ ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਕੈਨੇਡਾ ਵੱਲੋਂ ਦੋਵੇਂ ਦੇਸ਼ਾਂ ਲਈ ਯਾਤਰਾ ਬਾਬਤ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਬੰਦੂਕਧਾਰੀਆਂ ਵੱਲੋਂ ਸੈਲਾਨੀਆਂ ਉੱਤੇ ਕੀਤੇ ਹਮਲੇ ਵਿੱਚ ਘੱਟੋ-ਘੱਟ 2 ਦਰਜਨ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧ ਗਿਆ ਹੈ। ਪਹਿਲਗਾਮ ਇੱਕ ਸੁੰਦਰ ਪਹਾੜੀ ਖੇਤਰ ਹੈ ਤੇ ਸੈਲਾਨੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ ਜਿੱਥੇ ਖਾਸ ਕਰਕੇ ਗਰਮੀਆਂ ਦੇ ਮਹੀਨਿਆਂ ਦੌਰਾਨ ਲੋਕ ਸੈਰ ਸਪਾਟੇ ਲਈ ਜਾਂਦੇ ਹਨ ਅਤੇ ਹਾਲ ਹੀ ਦੇ ਸਾਲਾਂ ਵਿੱਚ ਇਸਲਾਮੀ ਅੱਤਵਾਦੀ ਹਿੰਸਾ ਵਿੱਚ ਕਮੀ ਆਉਣ ਕਾਰਨ ਇੱਥੇ ਸੈਰ ਸਪਾਟਾ ਮੁੜ ਸੁਰਜੀਤ ਹੋਇਆ ਸੀ। ਕੈਨੇਡਾ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਜੰਮੂ ਅਤੇ ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਭਾਰਤ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ, ਗੁਜਰਾਤ ਅਤੇ ਰਾਜਸਥਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਬੈਂਗਲੌਰ, ਚੰਡੀਗੜ੍ਹ ਅਤੇ ਮੁੰਬਈ ਵਿੱਚ ਵਿਅਕਤੀਗਤ ਤੌਰ ਉੱਤੇ ਕੈਨੇਡੀਅਨ ਕੌਂਸਲਰ ਸੇਵਾਵਾਂ ਸਥਾਈ ਤੌਰ ਉੱਤੇ ਬੰਦ ਹਨ। ਲੋੜ ਪੈਣ ਉੱਤੇ ਨਵੀਂ ਦਿੱਲੀ ਵਿੱਚ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਜਾਣ ਵਾਲੇ ਜਾਂ ਮੌਜੂਦ ਯਾਤਰੀਆਂ ਨੂੰ ਵੱਡੇ ਇਕੱਠ ਵਾਲੀਆਂ ਥਾਵਾਂ ਉੱਤੇ ਨਾ ਜਾਣ ਅਤੇ ਫੋਟੋ ਪਛਾਣ ਪੱਤਰ ਆਪਣੇ ਨਾਲ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਡਵਾਈਜ਼ਰੀ ਵਿੱਚ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਸਥਾਨਕ ਮੀਡੀਆ ਉੱਪਰ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਖਬਰ ਏਜੰਸੀ ਰॉयटर्स ਮੁਤਾਬਕ ਭਾਰਤ ਅਤੇ ਪਾਕਿਸਤਾਨ ਤਣਾਅ ਦੇ ਦਰਮਿਆਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾਂ ਦੇ ਰੂਟ ਬਦਲੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨਾਈਟਿਡ 에ਅਰਲਾਈਨਜ਼ ਅਤੇ ਕੋਰੀਅਨ 에ਅਰ ਨੇ ਆਪਣੀਆਂ ਉਡਾਣਾਂ ਦੇ ਰੂਟ ਬਦਲੇ ਹਨ ਜਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਰॉयटर्स ਮੁਤਾਬਕ ਡੱਚ 에ਅਰਲਾਈਨ ਅਤੇ KLM ਫਿਲਹਾਲ ਦੀ ਘੜੀ ਪਾਕਿਸਤਾਨ ਦੇ ਉੱਪਰੋਂ ਉਡਾਣ ਨਹੀਂ ਭਰ ਰਹੀ। ਸਿੰਗਾਪੁਰ 에ਅਰਲਾਈਨਜ਼ ਨੇ 6 ਮਈ ਤੋਂ ਪਾਕਿਸਤਾਨੀ ਹਵਾਈ ਖੇਤਰ ਵਿੱਚੋਂ ਦੀ ਉਡਾਣ ਭਰਨੀ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ 2 ਦਰਜਨ ਤੋਂ ਵੱਧ ਹਵਾਈ ਅੱਡੇ ਬੰਦ ਹੋਣ ਨਾਲ 400 ਤੋਂ ਵੱਧ ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਤਾਜ਼ਾ ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ 8 ਮਈ ਦੀ ਰਾਤ ਨੂੰ ਜੰਮੂ ਉੱਤੇ ਡਰੋਨਸ ਅਤੇ 8 ਮਿਜ਼ਾਈਲਾਂ ਨਾਲ ਹਮਲਾ ਕੀਤਾ, ਪਰ ਭਾਰਤ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ 6 ਮਈ ਦੀ ਰਾਤ ਨੂੰ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ ਉੱਤੇ ਹਮਲੇ ਕੀਤੇ ਹਨ। ਭਾਰਤ ਨੇ ਪਾਕਿਸਤਾਨ ਵਿੱਚ 9 ਥਾਵਾਂ ਉੱਤੇ ਹਮਲੇ ਕੀਤੇ ਜਾਣ ਦੀ ਗੱਲ ਆਖੀ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤੀ ਹਵਾਈ ਹਮਲਿਆਂ ਵਿੱਚ 26 ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ 46 ਲੋਕ ਜ਼ਖਮੀ ਹੋ ਗਏ ਨੇ। ਤਣਾਅ ਦੇ ਕਾਰਨ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਬਲੈਕਆਊਟ ਕੀਤਾ ਗਿਆ। ਦੋਵੇਂ ਦੇਸ਼ਾਂ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਖਰਾਬ ਹੋ ਰਹੇ ਹਾਲਾਤ ਦਰਮਿਆਨ ਕੈਨੇਡਾ ਵਿੱਚ ਵਸਦੇ ਭਾਰਤੀ ਅਤੇ ਪਾਕਿਸਤਾਨੀ ਭਾਈਚਾਰੇ ਦੇ ਲੋਕ ਚਿੰਤਤ ਹਨ। ਉਹ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਦੇ ਅੰਤ ਲਈ ਪ੍ਰਾਰਥਨਾ ਕਰ ਰਹੇ ਹਨ। ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਰਵਾਂ ਫਤਵਾ ਹਾਸਲ ਕਰਨ ਤੋਂ ਬਾਅਦ ਬੀਤੇ ਦਿਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਸਨ, ਜਿਸ ਮੌਕੇ ਦੁਵੱਲੇ ਸੰਬੰਧਾਂ ਨੂੰ ਲੈ ਕੇ ਦੋਵਾਂ ਆਗੂਆਂ ਵੱਲੋਂ ਕੁਝ ਖਰੀਆਂ ਗੱਲਾਂ ਕੀਤੀਆਂ ਗਈਆਂ। ਇਸ ਤਰ੍ਹਾਂ ਦੀ ਮਹਿਮਾਨ ਨਵਾਜ਼ੀ ਲਈ ਟਰੰਪ ਪਹਿਲਾਂ ਹੀ ਮਸ਼ਹੂਰ ਹੋ ਚੁੱਕੇ ਹਨ, ਪਰ ਨਵੇਂ ਕੈਨੇਡੀਅਨ ਆਗੂ ਨੇ ਇਸ ਢੰਗ ਨਾਲ ਟਰੰਪ ਨੂੰ ਮੋੜਵਾ ਜਵਾਬ ਦਿੱਤਾ। ਉਸ ਤੋਂ ਇਹ ਪ੍ਰਭਾਵ ਗਿਆ ਹੈ ਕਿ ਟਰੰਪ ਲਈ ਸਭ ਨੂੰ ਦਰਕਿਨਾਰ ਕਰਕੇ ਅੱਗੇ ਵਧਣ ਦਾ ਰਾਹ ਹੁਣ ਸੌਖਾ ਨਹੀਂ ਹੋਵੇਗਾ। ਇਸ ਕਰਕੇ ਸ਼ਾਇਦ ਟਰੰਪ ਨੂੰ ਇਹ ਕਹਿਣਾ ਪਿਆ ਕਿ ਇਸ ਮੀਟਿੰਗ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਅਸੀਂ ਦੋਵੇਂ ਮਿੱਤਰ ਬਣੇ ਰਹਾਂਗੇ। ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਨੂੰ ਟੈਰਿਫ ਦੀ ਮਾਰ ਤੋਂ ਬਚਣ ਲਈ ਅਮਰੀਕਾ ਦਾ 51ਵਾਂ ਸੂਬਾ ਬਣਨ ਦੀ ਪੇਸ਼ਕਸ਼ ਕੀਤੀ ਸੀ, ਪਰ ਇਸ ਦਾ ਅਸਰ ਪੁੱਠਾ ਪੈ ਗਿਆ। ਮਾਰਕ ਕਾਰਨੀ ਨੇ ਮੀਟਿੰਗ ਵਿੱਚ ਦੁਹਰਾਇਆ ਕਿ ਕੈਨੇਡਾ ਵਿਕਾਊ ਨਹੀਂ ਹੈ ਤੇ ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਲੰਘੀ 28 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੀ ਜਿੱਤ ਤੋਂ ਬਾਅਦ ਮਾਰਕ ਕਾਰਨੀ ਪੂਰੇ ਹੌਸਲੇ ਵਿੱਚ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਦੇਸ਼ ਦੇ ਅਰਥਚਾਰੇ ਨੂੰ ਮੁੜ ਲਈ ਉੱਤੇ ਚਾੜਨ ਦਾ ਭਰੋਸਾ ਵੀ ਹੈ। ਕਾਰਨੀ ਨੇ ਕੈਨੇਡਾ ਦੀ ਪ੍ਰਭੂਸੱਤਾ ਅਤੇ ਕੌਮੀ ਹਿੱਤਾਂ ਦੀ ਰਾਖੀ ਕਰਨ ਉੱਤੇ ਦ੍ਰਿੜ ਸਟੈਂਡ ਲਿਆ ਹੈ। ਉਹਨਾਂ ਇਹ ਪੋਜੀਸ਼ਨ ਵੀ ਅਪਣਾਈ ਹੈ ਕਿ ਵਪਾਰਕ ਸੰਬੰਧਾਂ ਨੂੰ ਲੈ ਕੇ ਟਰੰਪ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ।
ਦੋਵਾਂ ਦੇਸ਼ਾਂ ਵਿਚਕਾਰ ਤਣਾਤਣੀ ਦਾ ਮੁੱਖ ਮੁੱਦਾ ਟਰੰਪ ਵੱਲੋਂ ਸਟੀਲ ਅਤੇ ਐਲੂਮੀਨੀਅਮ ਸਣੇ ਕੈਨੇਡੀਅਨ ਮਾਲ ਅਤੇ ਵਸਤਾਂ ਉੱਪਰ ਟੈਰਿਫ ਲਾਗੂ ਕਰਨ ਤੋਂ ਵਧੀ ਸੀ, ਜਿਸ ਤੋਂ ਇਤਿਹਾਸਕ ਤੌਰ ਉੱਤੇ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਦੋਵਾਂ ਮੁਲਕਾਂ ਵਿਚਕਾਰ ਤਣਾਅ ਵੱਧ ਗਿਆ। ਟਰੰਪ ਵੱਲੋਂ ਉੱਤਰ ਐਟਲਾਂਟਿਕ ਮੁਕਤ ਵਪਾਰ ਸੰਧੀ ਉੱਪਰ ਮੁੜ ਵਿਚਾਰ ਕਰਨ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ, ਜਿਸ ਕਰਕੇ ਅਮਰੀਕਾ ਮੈਕਸੀਕੋ ਕੈਨੇਡਾ ਸੰਧੀ ਵਿਵਾਦ ਦਾ ਕੇਂਦਰ ਬਣ ਗਈ ਹੈ। ਟਰੰਪ ਅਤੇ ਕਾਰਨੀ ਦੀ ਮੁਲਾਕਾਤ ਨਾਲ ਇਹ ਗੱਲ ਜਗ ਜ਼ਾਹਰ ਹੋ ਗਈ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਏ ਨਿਘਾਰ ਨੂੰ ਠੱਲ ਪਾਉਣੀ ਸੌਖਾ ਕੰਮ ਨਹੀਂ ਹੋਵੇਗਾ ਅਤੇ ਜਿਸ ਤਰ੍ਹਾਂ ਵਪਾਰ, ਪ੍ਰਭੂਸੱਤਾ ਅਤੇ ਦੁਵੱਲੇ ਸੰਬੰਧਾਂ ਪ੍ਰਤੀ ਦੋਵਾਂ ਦੇਸ਼ਾਂ ਦੀਆਂ ਧਾਰਨਾਵਾਂ ਵਿੱਚ ਫਰਕ ਸਾਹਮਣੇ ਆ ਰਿਹਾ ਹੈ, ਉਸ ਦੇ ਮੱਦੇਨਜ਼ਰ ਉਹਨਾਂ ਵਿਚਕਾਰ ਪਈ ਦੁਫਾੜ ਨੂੰ ਭਰਨ ਲਈ ਦੋਵੇਂ ਪਾਸਿਓਂ ਬਹੁਤ ਜ਼ਿਆਦਾ ਅਤੇ ਸੁਹਿਰਦ ਕੋਸ਼ਿਸ਼ਾਂ ਦੀ ਲੋੜ ਪਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਦੀ ਸਪਸ਼ਟ ਬਿਆਨੀ ਤੋਂ ਇਹ ਸਾਫ਼ ਸੰਕੇਤ ਗਿਆ ਹੈ ਕਿ ਉਹ ਅਮਰੀਕਾ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ, ਪਰ ਆਪਣੇ ਦੇਸ਼ ਦੇ ਆਤਮ ਸਨਮਾਨ ਦੀ ਕੀਮਤ ਉੱਤੇ ਹਰਗਿਜ਼ ਨਹੀਂ। ਦੱਸ ਦਈਏ ਕਿ ਹਾਲ ਹੀ ਵਿੱਚ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਜੇਤੂ ਰਹੀ ਲਿਬਰਲ ਪਾਰਟੀ ਮੁੜ ਸੱਤਾ 'ਚ ਆਉਣੀ ਜਾ ਰਹੀ ਹੈ ਔਰ ਇਸ ਸੰਬੰਧ ਵਿੱਚ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਇਸੇ ਮਹੀਨੇ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋਣ ਸੰਬੰਧੀ ਰਸਮੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੌਕੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਕਿੰਗ ਚਾਰਲਸ ਸਮੇਤ ਹੋਰਨਾਂ ਉੱਘੀਆਂ ਹਸਤੀਆਂ ਦੇ ਸ਼ਾਮਲ ਹੋਣ ਦਾ ਕਿਆਸ ਲਗਾਇਆ ਜਾ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਲਿਬਰਲ ਪਾਰਟੀ ਵੱਲੋਂ 169 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ। ਨਵੀਂ ਬਣਨ ਵਾਲੀ ਕੈਨੇਡੀਅਨ ਸਰਕਾਰ ਦੇ ਮੰਤਰੀ ਮੰਡਲ ਵਿੱਚ ਕੁਝ ਪੰਜਾਬੀ ਚਿਹਰਿਆਂ ਨੂੰ ਸ਼ਾਮਲ ਕੀਤੇ ਜਾਣ ਦੀ ਚੁੰਝ ਚਰਚਾ ਵੀ ਚੱਲ ਰਹੀ ਹੈ। ਕੈਨੇਡਾ ਵਿੱਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਣਨ ਦਾ ਮਾਣ ਹਾਸਲ ਰੰਜ ਪਿਲੇ ਵੱਲੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਕੌਨ ਦੇ ਪ੍ਰੀਮੀਅਰ ਨੇ ਕਿਹਾ ਕਿ ਉਹ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਛੱਡ ਰਹੇ ਹਨ ਤੇ ਵਾਈਟ ਹਾਰਸ ਵਿੱਚ ਪੈਂਦੀ ਪੋਰਟਰ ਕ੍ਰੀਕ ਸਾਊਥ ਹਾਈਡਿੰਗ ਤੋਂ ਮੁੜ ਚੋਣ ਨਹੀਂ ਲੜਨਗੇ। ਰੰਜ ਪਿਲੇ ਨੇ ਪਾਰਟੀ ਨੂੰ ਹਦਾਇਤ ਦਿੱਤੀ ਕਿ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਜਲਦ ਸ਼ੁਰੂ ਕਰ ਦਿੱਤੀ ਜਾਵੇ ਤਾਂ ਕਿ ਯੂਕੌਨ ਨੂੰ ਨਵਾਂ ਪ੍ਰੀਮੀਅਰ ਮਿਲ ਸਕੇ। ਉਹਨਾਂ ਅੱਗੇ ਕਿਹਾ ਕਿ ਯੂਕੌਨ ਦਾ ਪ੍ਰੀਮੀਅਰ ਬਣਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ ਹੈ ਅਤੇ ਉਹਨਾਂ ਦੀ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਉੱਤੇ ਵੀ ਉਹ ਫਖਰ ਮਹਿਸੂਸ ਕਰਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਜ ਨੇ ਦੱਸਿਆ ਕਿ ਉਹ ਨਵੇਂ ਆਗੂ ਦੀ ਚੋਣ ਦਾ ਐਲਾਨ ਹੋਣ ਤੱਕ ਪ੍ਰੀਮੀਅਰ ਦੇ ਅਹੁਦੇ ਉੱਤੇ ਬਣੇ ਰਹਿਣਗੇ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਅਮਰੀਕਾ ਵੱਲੋਂ ਪੈਦਾ ਹੋ ਰਹੇ ਟੈਰਿਫਸ ਦੇ ਖਤਰੇ ਨਾਲ ਬਤੌਰ ਆਰਥਿਕ ਵਿਕਾਸ ਮੰਤਰੀ ਨਜਿੱਠਣ ਵਿੱਚ ਪੂਰੀ ਤਰ੍ਹਾਂ ਸਫਲ ਰਹਿਣਗੇ। ਰੰਜ ਪਿਲੇ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਉਹ ਸਿਆਸਤ ਛੱਡਣ ਮਗਰੋਂ ਕੈਨੇਡਾ ਦੀਆਂ ਹਥਿਆਰਬੰਦ ਫੌਜਾਂ ਵਿੱਚ ਭਰਤੀ ਹੋਣਗੇ। ਇੱਥੇ ਦੱਸਣਾ ਬਣਦਾ ਹੈ ਕਿ ਰੰਜ ਪਿਲੇ ਨੇ 2009 ਵਿੱਚ ਵਾਈਟ ਹਾਰਸ ਸਿਟੀ ਕੌਂਸਲ ਦੀ ਚੋਣ ਲੜੀ ਅਤੇ ਸਫਲ ਰਹੇ। 2016 ਵਿੱਚ ਉਹ ਤਾਕਤਵਰ ਲਿਬਰਲ ਟੀਮ ਦਾ ਹਿੱਸਾ ਸਨ ਜਿਸ ਨੇ ਸੈਂਡੀ ਦੀ ਅਗਵਾਈ ਹੇਠ ਸੱਤਾ ਹਾਸਲ ਕੀਤੀ ਔਰ ਲਿਬਰਲ ਪਾਰਟੀ ਨੇ ਵਿਧਾਨ ਸਭਾ ਵਿੱਚ ਇੱਕ ਸੀਟ ਤੋਂ ਸ਼ੁਰੂਆਤ ਕੀਤੀ ਅਤੇ ਬਹੁਮਤ ਵਾਲੀ ਸਰਕਾਰ ਬਣਾਉਣ ਵਿੱਚ ਸਫਲ ਰਹੀ। ਇਸ ਵੇਲੇ ਲਿਬਰਲ ਸਰਕਾਰ ਘੱਟ ਗਿਣਤੀ ਵਿੱਚ ਹੈ ਅਤੇ ਐਨਡੀਪੀ ਨਾਲ ਸਮਝੌਤੇ ਤਹਿਤ ਚੱਲ ਰਹੀ ਹੈ। ਰੰਜ ਪਿਲੇ 2022 ਵਿੱਚ ਲਿਬਰਲ ਆਗੂ ਚੁਣੇ ਜਾਣ ਮਗਰੋਂ ਜਨਵਰੀ 2023 ਵਿੱਚ ਪ੍ਰੀਮੀਅਰ ਬਣੇ ਸਨ। ਉਧਰ ਯੂਕੌਨ ਲਿਬਰਲ ਪਾਰਟੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਰਜਕਾਰਨੀ ਦੀ ਮੀਟਿੰਗ ਅਗਲੇ ਹਫਤੇ ਹੋਵੇਗੀ ਜਿਸ ਦੌਰਾਨ ਲੀਡਰਸ਼ਿਪ ਕਨਵੈਨਸ਼ਨ ਸੱਦਣ ਬਾਰੇ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ ਵਿਰੋਧੀ ਧਿਰ ਰੰਜ ਪਿਲੇ ਦੇ ਅਚਨਚੇਤ ਅਸਤੀਫੇ ਤੋਂ ਹੈਰਾਨ ਹੈ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਯੂਕੌਨ ਦੇ ਸਿਰ ਉੱਤੇ ਅੰਤਾ ਦਾ ਕਰਜ਼ਾ ਚੜਾਉਣ ਮਗਰੋਂ ਪ੍ਰੀਮੀਅਰ ਅਸਤੀਫੇ ਦਾ ਐਲਾਨ ਕਰ ਰਹੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਯੂਕੌਨ ਲੀਡਰ ਵਿਹੂਣਾ ਹੋ ਜਾਵੇਗਾ। ਯੂਕੌਨ ਟੈਰੀਟਰੀ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 3 ਨਵੰਬਰ ਨੂੰ ਹੋਣੀਆਂ ਹਨ। ਮਾਰਕ ਕਾਰਨੀ ਵੱਲੋਂ ਕੈਨੇਡਾ ਵਿੱਚ ਆਰਥਿਕ ਪਰਿਵਰਤਨ ਲਿਆਉਣ ਦੇ ਵਾਅਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤੇ ਫੋਕਸ ਕਰਨਾ ਵੀ ਸ਼ਾਮਲ ਹੈ, ਜਿਸ ਨੂੰ ਨਵੇਂ ਪ੍ਰਧਾਨ ਮੰਤਰੀ ਨੇ ਆਪਣੀ ਯੋਜਨਾ ਦੇ ਮੁੱਖ ਥੰਮ ਵਜੋਂ ਸੂਚੀਬੱਧ ਕੀਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਉਹ ਕਾਰਨੀ ਦੇ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਦੇ ਚੋਣ ਵਾਅਦੇ ਤੋਂ ਉਤਸ਼ਾਹਿਤ ਹਨ, ਪਰ ਉਹ ਕਹਿੰਦੇ ਹਨ ਕਿ AI ਵਿਕਾਸ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਆਪਣੇ ਆਪ ਨੂੰ ਇੱਕ ਲੀਡਰ ਵਜੋਂ ਸਥਾਪਿਤ ਕਰਨ ਤੋਂ ਬਾਅਦ ਜੇਕਰ ਕੈਨੇਡਾ ਸਰਕਾਰ ਨੇ ਇਸ ਬਾਬਤ ਆਪਣੇ ਵਾਅਦੇ ਨਹੀਂ ਪੁਗਾਏ ਤਾਂ ਕੈਨੇਡਾ ਦੂਜੇ ਦੇਸ਼ਾਂ ਤੋਂ ਪਿੱਛੇ ਰਹਿ ਸਕਦਾ ਹੈ। ਚੋਣ ਮੁਹਿੰਮ ਦੌਰਾਨ ਕਾਰਨੀ ਨੇ ਤਰਜੀਹੀ ਖੇਤਰਾਂ ਵਿੱਚ ਕਾਮਿਆਂ ਨੂੰ AI ਦੀ ਵਰਤੋਂ ਸਿੱਖਣ ਲਈ $1500 ਤੱਕ ਦਾ ਐਲਾਨ ਕੀਤਾ ਸੀ। ਲਿਬਰਲ ਪਲੇਟਫਾਰਮ ਨੇ ਅਗਲੇ 2 ਵਿੱਤੀ ਸਾਲਾਂ ਦੌਰਾਨ ਚਿਪਸ ਅਤੇ ਡੇਟਾ ਸੈਂਟਰਾਂ ਵਰਗੇ ਡਿਜੀਟਲ ਬੁਨਿਆਦੀ ਢਾਂਚਿਆਂ ਵਿੱਚ $2.5 ਬਿਲੀਅਨ ਦਾ ਨਿਵੇਸ਼ ਕਰਨ ਦਾ ਵੀ ਵਾਅਦਾ ਕੀਤਾ ਹੈ। ਪਲੇਟਫਾਰਮ ਨੇ 2028-29 ਦੇ ਵਿੱਤੀ ਸਾਲ ਦੌਰਾਨ $400 ਮਿਲੀਅਨ ਦੀ ਲਾਗਤ ਵਾਲੇ AI ਪ੍ਰੋਜੈਕਟ ਅਪਣਾਉਣ, ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰਾਂ ਲਈ 20% ਟੈਕਸ ਕ੍ਰੈਡਿਟ ਦਾ ਵਾਅਦਾ ਵੀ ਕੀਤਾ। ਪਲੇਟਫਾਰਮ ਰਾਸ਼ਟਰੀ AI ਸੰਸਥਾਵਾਂ ਦਾ ਵਿਸਤਾਰ ਕਰਨ ਜਾਂ ਡਿਜੀਟਲ ਪਰਿਵਰਤਨ ਦਾ ਇੱਕ ਨਵਾਂ ਦਫ਼ਤਰ ਬਣਾਉਣ ਦਾ ਵੀ ਵਾਅਦਾ ਕਰਦਾ ਹੈ। ਹਾਲਾਂਕਿ ਇਸ ਸੰਬੰਧੀ ਖਰਚਿਆਂ ਦਾ ਅਨੁਮਾਨ ਨਹੀਂ ਹੈ। ਇਨਫੋਰਮੇਸ਼ਨ ਟੈਕਨੋਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ ਦੇ ਸੈਂਟਰ ਫਾਰ ਕੈਨੇਡੀਅਨ ਇਨੋਵੇਸ਼ਨ
ਦੇ ਨੀਤੀ ਮੁਖੀ ਲਾਰੈਂਸ ਜੈਂਗ ਨੇ ਕਿਹਾ ਕਿ ਪਲੇਟਫਾਰਮ ਵਿੱਚ ਨਿਰੰਤਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਦੀ ਕਮੀ ਹੈ। ਕੈਨੇਡਾ AI ਵਿਕਾਸ ਵਿੱਚ ਦੂਜੇ ਦੇਸ਼ਾਂ ਤੋਂ ਪਿੱਛੇ ਹੈ, ਜੋ ਵਿਦੇਸ਼ੀ ਮੁਕਾਬਲੇਬਾਜ਼ੀ ਅਤੇ ਕੈਨੇਡੀਅਨ ਆਰਥਿਕ ਖੁਸ਼ਹਾਲੀ ਲਈ ਵਿਨਾਸ਼ਕਾਰੀ ਹੋ ਸਕਦਾ ਹੈ। ਕੈਨੇਡਾ ਦਾ AI ਸੈਕਟਰ ਅਮਰੀਕਾ, ਚੀਨ, ਯੂਰਪ ਵਰਗੇ ਸ਼ਕਤੀਸ਼ਾਲੀ ਖਿਡਾਰੀਆਂ ਨਾਲ ਮੁਕਾਬਲਾ ਕਰ ਰਿਹਾ ਹੈ, ਜਿਨ੍ਹਾਂ ਕੋਲ ਆਪਣੇ ਘਰੇਲੂ ਖੇਤਰਾਂ ਨੂੰ ਮਜ਼ਬੂਤ ਕਰਨ ਲਈ ਵਧੇਰੇ ਪੈਸਾ ਹੈ। ਕਾਰਨੀ ਸਰਕਾਰ ਨੇ ਆਪਣੇ ਕੁਝ AI ਸੰਬੰਧਿਤ ਵਾਅਦਿਆਂ ਲਈ ਇੱਕ ਖਾਸ ਸਮਾਂ ਸੀਮਾ ਦਾ ਐਲਾਨ ਨਹੀਂ ਕੀਤਾ ਹੈ। ਜੈਂਗ ਨੇ ਕਿਹਾ ਕਿ ਕੈਨੇਡਾ ਵਿੱਚ ਵੱਡੇ ਪੈਮਾਨੇ ਉੱਤੇ AI ਦਾ ਇਸਤੇਮਾਲ ਹੋਵੇ ਤਾਂ ਇਹ ਸਰਕਾਰ, ਕਾਰੋਬਾਰ ਅਤੇ ਆਮ ਲੋਕਾਂ ਲਈ ਲਾਹੇਵੰਦ ਹੋਵੇਗਾ। ਜਿਵੇਂ ਅਧਿਆਪਕਾਂ ਨੂੰ ਸਮਾਰਟ ਟੂਲਸ ਨਾਲ ਮਦਦ ਕਰੇਗਾ, ਹਸਪਤਾਲਾਂ ਵਿੱਚ ਉਡੀਕ ਸਮਾਂ ਘੱਟ ਸਕਦਾ ਹੈ ਅਤੇ AI ਇੱਕ ਆਮ ਕੈਨੇਡੀਅਨ ਦੀ ਆਮਦਨ ਵਧਾ ਸਕਦਾ ਹੈ। ਅਮਰੀਕਾ ਤੇ ਕੈਨੇਡਾ ਵਿੱਚ ਖਸਰਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਤੇ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਪੁੱਜਦੀ ਮਹਿਸੂਸ ਹੋ ਰਹੀ ਹੈ। ਅਮਰੀਕਾ ਦੇ ਇਲੀਨੋਏ ਸੂਬੇ ਤੋਂ ਇੱਕ ਮਰੀਜ਼ ਵੱਲੋਂ ਅਣਗਿਣਤ ਲੋਕਾਂ ਨੂੰ ਵਾਇਰਸ ਦੀ ਲਾਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਉੱਤੇ ਵੀ ਇੱਕ ਮਰੀਜ਼ ਲੈਂਡ ਕਰਨ ਦੀ ਰਿਪੋਰਟ ਹੈ, ਜੋ ਸੰਭਾਵਤ ਤੌਰ ਤੇ ਦਰਜਨਾਂ ਲੋਕਾਂ ਦੇ ਸੰਪਰਕ ਵਿੱਚ ਆਇਆ। ਅਮਰੀਕਾ ਨਾਲ ਸੰਬੰਧਿਤ ਰਿਪੋਰਟ ਕਹਿੰਦੀ ਹੈ ਕਿ ਖਸਰੇ ਦਾ ਮਰੀਜ਼ ਸੈਂਟ ਲੂਇਸ ਐਕੁਆਰੀਅਮ ਪੁੱਜਾ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਸਿਰਫ ਇੰਨਾ ਹੀ ਨਹੀਂ, ਉਹ ਇੱਕ ਰੈਸਟੋਰੈਂਟ ਵੀ ਗਿਆ ਜਿੱਥੇ ਉਸਨੇ ਖਾਣਾ ਖਾਧਾ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਟੈਕਸਸ ਵਿੱਚ 2 ਬੱਚੀਆਂ ਦੀ ਖਸਰੇ ਕਾਰਨ ਮੌਤ ਹੋਈ ਅਤੇ 800 ਤੋਂ ਵੱਧ ਮਰੀਜ਼ ਸਾਹਮਣੇ ਆਏ। ਅਮਰੀਕਾ ਵਿੱਚ ਪਿਛਲੇ 2 ਦਹਾਕਿਆਂ ਦੌਰਾਨ ਖਸਰਾ ਫੈਲਣ ਦਾ ਇਹ ਸਭ ਤੋਂ ਵੱਡਾ ਮਾਮਲਾ ਸਾਬਤ ਹੋਇਆ, ਪਰ ਤਾਜ਼ਾ ਘਟਨਾ ਹੋਰ ਵੀ ਗੰਭੀਰ ਨਜ਼ਰ ਆ ਰਹੀ ਹੈ। ਇਸ ਵੇਲੇ ਅਮਰੀਕਾ ਦੇ 8 ਰਾਜਾਂ ਵਿੱਚ ਖਸਰੇ ਦੇ ਮਰੀਜ਼ ਵਧਣ ਦੀ ਰਿਪੋਰਟ ਹੈ, ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਬਿਮਾਰੀ ਦੇ ਲੱਛਣ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਮਨਜ਼ੂਰੀ ਵਿੱਚ ਹੁਣ ਤੱਕ ਸਿਰਫ 3 ਮਰੀਜ਼ ਸਾਹਮਣੇ ਆਏ ਹਨ ਅਤੇ ਇਹਨਾਂ ਵਿੱਚੋਂ ਕੋਈ ਵੀ ਉਸ ਮਰੀਜ਼ ਨਾਲ ਸੰਬੰਧਿਤ ਨਹੀਂ ਜੋ ਇਲੀਨੋਏ ਤੋਂ ਆਇਆ ਸੀ। ਦੂਜੇ ਪਾਸੇ ਇਲੀਨੋਏ ਵਿੱਚ 6 ਮਰੀਜ਼ਾਂ ਦੀ ਤਸਦੀਕ ਕੀਤੀ ਗਈ ਅਤੇ ਇਹਨਾਂ ਵਿੱਚੋਂ ਕੋਈ ਵੀ ਐਕੁਆਰੀਅਮ ਵਾਲੇ ਮਰੀਜ਼ ਤੋਂ ਵਾਇਰਸ ਦੀ ਲਾਗ ਲੱਗਣ ਕਾਰਨ ਬਿਮਾਰ ਨਹੀਂ ਹੋਇਆ। ਨਿਊਫਾਊਂਡਲੈਂਡ ਦੇ ਤਟਵਰਤੀ ਇਲਾਕੇ ਕੰਸੈਪਸ਼ਨ ਬੇ ਦੇ ਉੱਤਰ ਵਿੱਚ ਜੰਗਲ ਦੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਹਿਜਰਤ ਕਰਨ ਲਈ ਮਜਬੂਰ ਹੋ ਗਏ ਹਨ। ਕਸਬੇ ਦੇ ਮੇਅਰ ਦੇ ਅਨੁਸਾਰ ਘੱਟੋ-ਘੱਟ 12 ਘਰ ਜੰਗਲੀ ਅੱਗ ਕਰਕੇ ਤਬਾਹ ਹੋ ਚੁੱਕੇ ਹਨ। ਹਾਲਾਂਕਿ ਉਹਨਾਂ ਕਿਹਾ ਕਿ ਤਬਾਹੀ ਕਿਸ ਪੱਧਰ ਤੱਕ ਹੋਈ ਹੈ, ਇਸ ਬਾਰੇ ਸਪਸ਼ਟ ਨਹੀਂ ਪਤਾ। ਮੇਅਰ ਕਰਟਿਸ ਡਿਲੈਨੋ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ। ਘਰਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਲੋਕ ਸੁਰੱਖਿਅਤ ਹਨ। ਇਸ ਕਸਬੇ ਨੇ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਹੈ ਅਤੇ ਸਥਾਨਕ ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਲਈ ਆਖਿਆ ਗਿਆ ਹੈ। ਡਿਲੈਨੋ ਨੇ ਕਿਹਾ ਕਿ ਇਸ ਵੇਲੇ ਸਾਰਿਆਂ ਦਾ ਧਿਆਨ ਅੱਗ ਉੱਤੇ ਕਾਬੂ ਪਾਉਣ ਤੇ ਹੈ ਅਤੇ ਉਮੀਦ ਕਰਦੇ ਹਨ ਕਿ ਵਾਟਰ ਬੰਬਰ ਮੌਕੇ ਉੱਤੇ ਪਹੁੰਚ ਜਾਣਗੇ। ਧੁੰਦ ਕਰਕੇ ਵਾਟਰ ਬੰਬਰਾਂ ਨੂੰ ਦੇਰੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕੁਝ ਲੋਕ ਪਰਿਵਾਰ ਅਤੇ ਦੋਸਤਾਂ ਨਾਲ ਰਹਿਣ ਲਈ ਚਲੇ ਗਏ ਹਨ, ਪਰ ਕਸਬਾ ਸਥਾਨਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਨੂੰ ਵੀ ਇਵੈਕੂਏਸ਼ਨ ਸੈਂਟਰਾਂ ਵਜੋਂ ਵਰਤ ਰਿਹਾ ਹੈ। ਇਸ ਕਸਬੇ ਦੀ ਆਬਾਦੀ ਲਗਭਗ 400 ਹੈ, ਪਰ ਮੇਅਰ ਅਨੁਸਾਰ ਉੱਥੇ ਮੌਸਮੀ ਨਿਵਾਸੀ ਵੀ ਰਹਿੰਦੇ ਹਨ। ਸੂਬੇ ਦੇ ਸਰਗਰਮ ਜੰਗਲੀ ਅਤੇ ਅੱਗ ਡੈਸ਼ਬੋਰਡ ਦੇ ਅਨੁਸਾਰ ਐਡਮਸ ਕੋਵ ਵਿੱਚ ਅੱਗ 15 ਹੈਕਟੇਅਰ ਤੱਕ ਫੈਲੀ ਹੈ। ਹੈਲੀਰੂਡ ਵਿੱਚ ਹੌਡਿੰਗਸ ਪੌਂਡ ਵਿੱਚ ਇੱਕ ਹੋਰ ਅੱਗ 1 ਹੈਕਟੇਅਰ ਤੱਕ ਫੈਲੀ ਹੈ। ਦੋਵੇਂ ਅੱਗਾਂ ਕਾਬੂ ਤੋਂ ਬਾਹਰ ਹੋ ਰਹੀਆਂ ਨੇ। ਐਨਵਾਇਰਨਮੈਂਟ ਕੈਨੇਡਾ ਨੇ ਜੰਗਲੀ ਅੱਗ ਕਰਕੇ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਸਪੈਸ਼ਲ ਅਲਰਟ ਜਾਰੀ ਕੀਤਾ ਹੈ। ਜੰਗਲੀ ਅੱਗ ਕਰਕੇ ਇਲਾਕੇ ਵਿੱਚ ਬਿਜਲੀ ਸਪਲਾਈ ਵੀ ਰੋਕ ਦਿੱਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਰੀਬੀ ਮੰਨੀ ਜਾਣ ਵਾਲੀ ਲੌਰਾ ਲੂਮਰ ਨੇ ਭਾਰਤ ਦੇ ਸਮਰਥਨ ਵਿੱਚ ਇੱਕ ਟਵੀਟ ਕੀਤਾ ਹੈ। ਇਹ ਟਵੀਟ ਕੁਝ ਹੀ ਮਿੰਟਾਂ ਵਿੱਚ ਵਾਇਰਲ ਹੋ ਗਿਆ। ਲੌਰਾ ਲੂਮਰ ਇੱਕ ਪ੍ਰਸਿੱਧ ਅਮਰੀਕੀ ਸੱਜੇ ਪੱਖੀ ਕਾਰਕੁਨ ਹੈ। ਜਿਵੇਂ ਹੀ ਭਾਰਤ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕਰਨ ਦੀ ਖਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਲੌਰਾ ਨੇ ਟਵਿੱਟਰ ਉੱਤੇ ਲਿਖਿਆ, ਇੰਡੀਆ ਇਜ਼ ਗੋਇੰਗ ਟੂ ਵਿਨ। ਲੌਰਾ ਦੇ ਇਸ ਟਵੀਟ ਨੂੰ ਹੁਣ ਤੱਕ 31,000 ਤੋਂ ਵੱਧ ਲਾਈਕਸ, 3500 ਤੋਂ ਵੱਧ ਰੀਟਵੀਟ ਅਤੇ 1.5 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਹ ਟਵੀਟ ਭਾਰਤ ਵਿੱਚ ਸੋਸ਼ਲ ਮੀਡੀਆ ਉੱਤੇ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿੱਥੇ ਲੋਕ ਇਸ ਨੂੰ ਭਾਰਤ ਲਈ ਗੁੱਡ ਲੱਕ ਦੇ ਸੰਦੇਸ਼ ਵਜੋਂ ਦੇਖ ਰਹੇ ਹਨ। ਲੌਰਾ ਅਮਰੀਕਾ ਦੀ ਇੱਕ ਵਿਵਾਦਿਤ ਪਰ ਮਸ਼ਹੂਰ ਸੋਸ਼ਲ ਮੀਡੀਆ ਕਾਰਕੁਨ ਹੈ। ਉਹ ਆਪਣੇ ਆਪ ਨੂੰ ਗੋਰੇਪੱਖੀ ਰਾਸ਼ਟਰਵਾਦੀ ਦੱਸਦੀ ਹੈ ਅਤੇ ਅਕਸਰ ਆਪਣੇ ਕੱਟੜਪੰਥੀ ਵਿਚਾਰਾਂ ਅਤੇ ਵਿਵਾਦਪੂਰਨ ਬਿਆਨਾਂ ਲਈ ਸੁਰਖੀਆਂ ਵਿੱਚ ਰਹਿੰਦੀ ਹੈ। ਲੌਰਾ ਅਮਰੀਕੀ ਰਾਜਨੀਤੀ ਵਿੱਚ ਮੇਕ ਅਮਰੀਕਾ ਗ੍ਰੇਟ ਅਗੇਨ ਅੰਦੋਲਨ ਦੀ ਸਮਰਥਕ ਹੈ ਅਤੇ ਉਸ ਨੂੰ ਕਈ ਵਾਰ ਡੋਨਾਲਡ ਟਰੰਪ ਦੇ ਚੋਣ ਪ੍ਰਚਾਰ ਵਿੱਚ ਦੇਖਿਆ ਜਾ ਚੁੱਕਾ ਹੈ। ਲੌਰਾ ਟਰੰਪ ਦੀ ਸਮਰਥਕ ਹੈ। ਲੌਰਾ ਨੇ 2020 ਵਿੱਚ ਫਲੋਰੀਡਾ ਦੇ 21ਵੇਂ ਜ਼ਿਲ੍ਹੇ ਤੋਂ ਕਾਂਗਰਸ ਦੀ ਚੋਣ ਲੜੀ ਸੀ, ਪਰ ਡੈਮੋਕ੍ਰੇਟ ਲੋਇਸ ਫ੍ਰੈਂਕਲ ਤੋਂ ਹਾਰ ਗਈ। ਉਸਨੇ 2022 ਵਿੱਚ ਦੁਬਾਰਾ ਚੋਣ ਲੜੀ, ਪਰ ਇਸ ਵਾਰ ਰਿਪਬਲਿਕਨ ਪ੍ਰਾਇਮਰੀ ਵਿੱਚ ਡੈਨੀਅਲ ਵੈਬਸਟਰ ਤੋਂ ਹਾਰ ਗਈ ਅਤੇ ਹਾਲਾਂਕਿ ਚੋਣ ਹਾਰ ਦੇ ਬਾਵਜੂਦ
ਉਹ ਸੋਸ਼ਲ ਮੀਡੀਆ ਉੱਤੇ ਬਹੁਤ ਸਰਗਰਮ ਹੈ ਅਤੇ ਉਸਦੇ 1.6 ਮਿਲੀਅਨ ਤੋਂ ਵੱਧ ਫਾਲੋਅਰਸ ਹਨ। ਲੌਰਾ ਲੂਮਰ ਅਮਰੀਕਾ ਫਸਟ ਨੀਤੀ ਦੇ ਸਖਤ ਸਮਰਥਕ ਹੈ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਦੇਣ ਵਿਰੁੱਧ ਬਿਆਨ ਦਿੰਦੀ ਰਹੀ ਹੈ। ਹਾਲ ਹੀ ਵਿੱਚ ਉਸਨੇ ਟਵੀਟ ਕੀਤਾ ਸੀ ਕਿ ਟਰੰਪ ਨੂੰ ਸਾਰੇ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨੇ ਚਾਹੀਦੇ ਹਨ। ਇਹ ਬਿਆਨ ਅਮਰੀਕਾ ਅਤੇ ਚੀਨ ਵਿਚਕਾਰ ਚੱਲ ਰਹੇ ਵਪਾਰਕ ਯੁੱਧ ਦੇ ਸਮੇਂ ਆਇਆ ਹੈ, ਜਿਸ ਤੋਂ ਉਹਨਾਂ ਦੀ ਸੋਚ ਅਤੇ ਨੀਤੀ ਸਪਸ਼ਟ ਹੁੰਦੀ ਹੈ। ਭਾਰਤ ਲਈ ਲੌਰਾ ਦਾ ਇਹ ਸਮਰਥਨ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਆਮ ਤੌਰ ਤੇ ਅਮਰੀਕੀ ਘਰੇਲੂ ਰਾਜਨੀਤੀ ਤੱਕ ਸੀਮਿਤ ਰਹਿੰਦੀ ਹੈ। ਭਾਰਤ ਲਈ ਉਹਨਾਂ ਦਾ ਸਮਰਥਨ ਦਰਸਾਉਂਦਾ ਹੈ ਕਿ ਆਪਰੇਸ਼ਨ ਸਿੰਦੂਰ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਦਿਲਚਸਪੀ ਅਤੇ ਸਮਰਥਨ ਪ੍ਰਾਪਤ ਕਰ ਰਿਹਾ ਹੈ। ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਅੱਜ ਪਾਕਿਸਤਾਨ ਨੇ ਭਾਰਤ ਉੱਤੇ ਕਈ ਹਮਲੇ ਕੀਤੇ, ਜਿਸ ਦੇ ਜਵਾਬ ਵਿੱਚ ਭਾਰਤ ਨੇ ਵੀ ਪਾਕਿਸਤਾਨ ਵਿੱਚ ਕਈ ਥਾਵਾਂ ਉੱਤੇ ਹਵਾਈ ਹਮਲੇ ਕੀਤੇ। ਉੱਥੇ ਇਸ ਮਾਮਲੇ ਉੱਤੇ ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਜੈਡੀ ਵੈਂਸ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਵਾਸ਼ਿੰਗਟਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਗੜਦੇ ਟਕਰਾਅ ਵਿੱਚ ਤਣਾਅ ਘੱਟ ਦੇਖਣਾ ਚਾਹੁੰਦਾ ਹੈ, ਪਰ ਇਹ ਮੂਲ ਰੂਪ ਵਿੱਚ ਸਾਡਾ ਮਾਮਲਾ ਨਹੀਂ ਹੈ। ਫੋਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਵੈਂਸ ਨੇ ਕਿਹਾ ਕਿ ਅਸੀਂ ਜੋ ਕਰ ਸਕਦੇ ਹਾਂ ਉਹ ਇਹ ਹੈ ਕਿ ਇਹਨਾਂ ਲੋਕਾਂ ਨੂੰ ਥੋੜਾ ਜਿਹਾ ਤਣਾਅ ਘਟਾਉਣ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਨਾ, ਪਰ ਅਸੀਂ ਅਜਿਹੀ ਜੰਗ ਵਿੱਚ ਸ਼ਾਮਲ ਨਹੀਂ ਹੋਣਾ ਜੋ ਮੂਲ ਰੂਪ ਵਿੱਚ ਸਾਡੀ ਨਹੀਂ ਹੈ। ਵੈਂਸ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਾਂ ਕਿ ਕਿਤੇ ਪਰਮਾਣੂ ਸ਼ਕਤੀਆਂ ਆਪਸ ਵਿੱਚ ਨਾ ਟਕਰਾ ਜਾਣ। ਅਸੀਂ ਚਾਹੁੰਦੇ ਹਾਂ ਕਿ ਇਹ ਸਥਿਤੀ ਜਲਦੀ ਤੋਂ ਜਲਦੀ ਖਤਮ ਹੋ ਜਾਵੇ। ਅਸੀਂ ਇਹਨਾਂ ਦੇਸ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਪਰ ਅਸੀਂ ਕਿਸੇ ਯੁੱਧ ਦੇ ਵਿਚਕਾਰ ਨਹੀਂ ਜਾਣਾ ਚਾਹੁੰਦੇ। ਇਹ ਮੂਲ ਰੂਪ ਵਿੱਚ ਸਾਡਾ ਕੰਮ ਨਹੀਂ ਹੈ ਅਤੇ ਇਸ ਦਾ ਅਮਰੀਕਾ ਦੀ ਇਸ ਨੂੰ ਕੰਟਰੋਲ ਕਰਨ ਦੀ ਯੋਗਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੈਮੀ ਬਰੂਸ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅੱਜ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਮੰਤਰੀ ਰੂਬੀਓ ਨੇ ਖੇਤਰ ਵਿੱਚ ਤੁਰੰਤ ਤਣਾਅ ਘਟਾਉਣ ਉੱਤੇ ਲੋੜ ਤੇ ਜ਼ੋਰ ਦਿੱਤਾ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀ ਗੱਲਬਾਤ ਲਈ ਅਮਰੀਕੀ ਸਮਰਥਨ ਨੂੰ ਦੁਹਰਾਇਆ। ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਸੰਚਾਰ ਨੂੰ ਬਿਹਤਰ ਬਣਾਉਣ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਉੱਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਅੱਤਵਾਦ ਵਿਰੁੱਧ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਅਮਰੀਕਾ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ। ਅਮਰੀਕੀ ਰੱਖਿਆ ਵਿਭਾਗ ਨੇ ਉਹਨਾਂ ਸੈਨਿਕਾਂ ਨੂੰ ਤੁਰੰਤ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ ਜੋ ਜਨਤਕ ਤੌਰ ਉੱਤੇ ਫੌਜ ਤੋਂ ਟਰਾਂਸਜੈਂਡਰ ਵਜੋਂ ਪਛਾਣ ਰੱਖਦੇ ਹਨ ਅਤੇ ਹੋਰ ਟਰਾਂਸਜੈਂਡਰ ਸੈਨਿਕਾਂ ਨੂੰ ਆਪਣੀ ਪਛਾਣ ਦੱਸਣ ਲਈ 30 ਦਿਨ ਦਾ ਸਮਾਂ ਦਿੱਤਾ ਹੈ। ਮੰਗਲਵਾਰ ਨੂੰ ਅਮਰੀਕੀ ਸੁਪਰੀਮ ਕੋਰਟ ਵੱਲੋਂ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੂੰ ਫੌਜ ਵਿੱਚ ਟਰਾਂਸਜੈਂਡਰ ਵਿਅਕਤੀਆਂ ਉੱਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਇਹ ਕਦਮ ਚੁੱਕਿਆ ਹੈ। ਰੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ, ਰੱਖਿਆ ਵਿਭਾਗ ਵਿੱਚ ਹੁਣ ਕੋਈ ਟਰਾਂਸਜੈਂਡਰ ਨਹੀਂ ਹੋਵੇਗਾ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਨਿਰਧਾਰਿਤ ਕਰਨਾ ਮੁਸ਼ਕਿਲ ਹੈ ਕਿ ਫੌਜ ਵਿੱਚ ਕਿੰਨੇ ਟਰਾਂਸਜੈਂਡਰ ਲੋਕ ਹਨ, ਪਰ ਇਹ ਮੈਡੀਕਲ ਰਿਕਾਰਡਾਂ ਤੋਂ ਪਤਾ ਲਗਾਇਆ ਜਾਵੇਗਾ, ਜਿਸ ਤੋਂ ਬਾਅਦ ਇਹਨਾਂ ਸੈਨਿਕਾਂ ਨੂੰ ਸੇਵਾ ਤੋਂ ਕੱਢ ਦਿੱਤਾ ਜਾਵੇਗਾ। ਅਮਰੀਕੀ ਰੱਖਿਆ ਮੰਤਰਾਲੇ ਦੇ ਮੁੱਖ ਦਫ਼ਤਰ ਪੈਂਟਾਗਨ ਦੇ ਬੁਲਾਰੇ ਸਨ ਪਾਰਨੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ 1000 ਸੈਨਿਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਹੀ ਜਨਤਕ ਤੌਰ ਉੱਤੇ ਆਪਣੀ ਪਛਾਣ ਟਰਾਂਸਜੈਂਡਰ ਵਜੋਂ ਦੱਸੀ ਹੈ। ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਕੀ ਰਹਿੰਦੇ ਟਰਾਂਸਜੈਂਡਰ ਸਿਪਾਹੀਆਂ ਨੂੰ ਵਿਭਾਗ ਨੂੰ ਆਪਣੀ ਪਛਾਣ ਸਵੈ ਇੱਛਾ ਨਾਲ ਦੱਸਣ ਲਈ 6 ਜੂਨ ਤੱਕ ਦਾ ਸਮਾਂ ਦਿੱਤਾ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਜਾਂਦੇ ਜਾਂਦੇ ਝਾਤ ਪਾਉਂਦੇ ਅੱਜ ਦੀਆਂ ਖਾਸ ਖਬਰਾਂ ਉੱਤੇ। ਭਾਰਤ ਤੇ ਪਾਕਿਸਤਾਨ ਤਣਾਅ ਵਿਚਾਲੇ ਕੈਨੇਡਾ ਵੱਲੋਂ ਐਡਵਾਈਜ਼ਰੀ। 3 ਸ਼ਹਿਰ 'ਚ ਕੈਨੇਡੀਅਨ ਕੌਂਸਲਰ ਸੇਵਾਵਾਂ ਅਸਥਾਈ ਤੌਰ ਤੇ ਬੰਦ। ਰਾਸ਼ਟਰਪਤੀ ਟਰੰਪ ਨੂੰ ਮਾਰਕ ਕਾਰਨੀ ਦੀ ਦੋਸਤੀ ਮਨਜ਼ੂਰ। ਕਾਰਨੀ ਨੇ ਡੋਨਾਲਡ ਟਰੰਪ ਨੂੰ ਹਾਵੀ ਹੋਣ ਦਾ ਨਹੀਂ ਦਿੱਤਾ ਮੌਕਾ। ਕੈਨੇਡਾ ਵਿੱਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਵੱਲੋਂ ਅਸਤੀਫੇ ਦਾ ਐਲਾਨ। ਯੂਕੌਨ ਦੇ ਪ੍ਰੀਮੀਅਰ ਦੀ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ ਰੰਜ ਪਿਲੇ। ਕਾਰਨੀ ਸਰਕਾਰ ਦੇ ਚੋਣ ਮੁਹਿੰਮ ਦੌਰਾਨ ਕੀਤੇ ਵਾਅਦੇ ਉੱਤੇ ਸਵਾਲ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਟੈਕਨੋਲੋਜੀ ਵਿੱਚ ਪਛੜ ਰਿਹਾ ਹੈ। ਇਸੇ ਦੇ ਨਾਲ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।